ਦੋਸਤੋ ਕੱਲ ਪੰਜਾਬ हुकूमत ने एक कानून पास किया और उस कानून के तहत ਜਿਹੜੇ यूट्यूबर्स ने ਜਿਹੜੇ सोशल मीडिया ਤੇ फेसबुक ਦੇ ਉੱਤੇ इंस्टा ਦੇ ਉੱਤੇ WhatsApp ਦੇ ਉੱਤੇ ਜਾਂ ਹੋਰ ਵੀ ਕਿਸੇ ਪਲੇਟਫਾਰਮ ਦੇ ਉੱਤੇ ਕੋਈ ਐਸੀ ਗੱਲ ਕਰਦੇ ਨੇ ਜਿੰਦੇ ਨਾਲ ਕਾਨੂੰਨ ਕਹਿੰਦਾ ਹੈ ਕਿ ਕਿਸੇ ਦੀ ਬਦਨਾਮੀ ਹੁੰਦੀ ਹੈ ਔਰ ਕਿਸੇ ਦੀ ਤਹਿਕੀਰ ਹੁੰਦੀ ਹੈ, ਕਿਸੇ ਦਾ ਠੱਠਾ ਉੱਡਦਾ ਹੈ ਜਾਂ ਉਹ ਹੋਰ ਕਿਸੇ ਕਿਸਮ ਦੀ ਸ਼ਰਮਿੰਦਗੀ ਦਾ ਬਾਇਸ ਬਣਦੀ ਉਹ ਗੱਲ। ਤੇ ਉਹ ਪੋਸਟ ਕਰਨ ਵਾਲੇ, ਉਹ ਤਹਿਰੀਰ ਲਿਖਣ ਵਾਲੇ, ਉਹ ਗੱਲ ਬੋਲਣ ਵਾਲੇ, ਉਹਦੇ ਉੱਤੇ ਜਨਾਬ ਹੱਤਕੇ ਇੱਜ਼ਤ ਦਾ ਜਿਹੜਾ ਕਾਨੂੰਨ ਹੈ ਉਹ ਨਾਫਜ਼ ਹੋਵੇਗਾ ਨਵਾਂ। ਔਰ ਇਹ ਕਾਨੂੰਨ ਜਿਹੜਾ ਹੈ ਇਹਦੇ ਤਹਿਤ 30 ਲੱਖ ਤੋਂ ਲੈ ਕੇ ਤੇ ਕਈ ਕਰੋੜ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕਮ ਅਜ਼ ਕਮ ਸਜ਼ਾ ਜਿਹੜੀ ਹੈ ਉਹ 30 ਲੱਖ ਰੁਪਇਆ ਰੱਖੀ ਗਈ। ਤੇ ਇਹਦੇ ਫੈਸਲਾ ਕਿੱਥੇ ਹੋਵੇਗਾ, ਅਦਾਲਤਾਂ ਕਿੱਥੇ ਹੋਣਗੀਆਂ, ਤੇ ਇਹਦੇ ਵਾਸਤੇ ਵੱਖਰੇ ਇੱਕ ਟ੍ਰਿਬਿਊਨਲ ਬਣਾਏ ਜਾਣਗੇ ਔਰ ਉਹਦਾ ਜਿਹੜਾ ਜੱਜ ਹੈ ਉਹ ਹੁਕੂਮਤ ਦੀ ਸਵਾਬਦੀਦ 'ਤੇ ਹੋਵੇਗਾ। ਉਹ ਹਾਈ ਕੋਰਟ ਨੂੰ ਰਿਕੁਐਸਟ ਕਰੇਗੀ, ਹਾਈ ਕੋਰਟ ਨਾਲ ਮੁਸ਼ਾਵਰਤ ਕਰੇਗੀ, ਲੇਕਿਨ ਅਪਾਇੰਟਮੈਂਟ ਦੀ ਜਿਹੜੀ ਅਥਾਰਟੀ ਉਹ ਬਹਰਹਾਲ ਹੁਕੂਮਤ ਦੇ ਕੋਲ ਹੀ ਹੈਗੀ। ਤੇ ਉਹ ਜੱਜ ਜਿਹੜਾ ਜਨਾਬ ਉਹਦੀ ਕਾਰਕਰਦਗੀ ਵੇਖੀ ਜਾਏਗੀ ਔਰ 18 ਮਹੀਨੇ ਤੋਂ ਬਾਅਦ ਉਹ ਜੱਜ ਅਗਰ ਉਹਦੀ ਕਾਰਕਰਦਗੀ ਤਸੱਲੀ ਬਖਸ਼ ਹੋਈ ਤੇ ਉਹਦੀ ਮੁੱਦਤ ਐਕਸਟੈਂਡ ਕਰ ਦਿੱਤੀ ਜਾਵੇਗੀ, ਵਰਨਾ ਉਹਨੂੰ ਅਹੁਦੇ ਤੋਂ ਲਾ ਦਿੱਤਾ ਜਾਏਗਾ। ਅੱਛਾ, ਇਹ ਸਾਰੀਆਂ ਚੀਜ਼ਾਂ ਦੱਸਣ ਇਹ ਡਈਆਂ ਨੇ ਕਿ ਕਿਤੇ ਨਾ ਕਿਤੇ ਖਾਹਿਸ਼ ਹੈਗੀ ਹੈ ਕਿ ਗੱਲ ਸਾਡੇ ਖਿਲਾਫ ਨਾ ਹੋਵੇ। ਔਰ ਇਹ ਪਲੇਟਫਾਰਮ ਜਿਹੜੇ ਹੈਗੇ ਨੇ, ਠੀਕ ਹੈ ਇਹਦੇ ਵਿੱਚ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਗਲਤ ਇਸਤੇਮਾਲ ਕਰ ਰਹੇ ਹੋਣਗੇ, ਲੇਕਿਨ ਪਿਛਲੇ ਕੁਝ ਅਰਸੇ ਤੇ ਅਗਰ ਤੁਸੀਂ ਵੇਖੋ ਕਿ ਮੁਲਕ ਦੇ ਵੱਡੇ ਵੱਡੇ ਜਿਹੜੇ ਅਵਾਮੀ ਇਸ਼ੂਜ਼ ਹੈਗੇ ਸਨ ਉਹ ਮੇਨ ਸਟ੍ਰੀਮ ਮੀਡੀਆ ਦੀ ਬਜਾਏ ਜਿਹੜਾ ਸੋਸ਼ਲ ਮੀਡੀਆ ਵੇ ਇਹਦੇ ਰਾਹੀਂ ਆਏ ਨੇ ਅੱਗੇ, ਔਰ ਹੁਕੂਮਤ ਨੇ ਘੁਟਨੇ ਟੇਕੇ ਨੇ ਔਰ ਉਹ ਗੱਲ ਮੰਨਣੀ ਪਈ ਫਿਰ ਉਹਨੂੰ। ਤੇ ਇਹੋ ਜਿਹੀ ਕਾਨੂੰਨ ਸਾਜ਼ੀ ਜਿਹੜੀ ਹੈ ਇਹਦੇ ਉੱਤੇ ਕਈ ਸਵਾਲ ਉੱਠਣ ਡਏ ਨੇ ਔਰ ਜਿਹੜੀਆਂ ਤਨਜ਼ੀਮਾਂ ਸਨ ਸਹਾਫਤੀ ਉਹਨਾਂ ਨੂੰ ਬੁਲਾਇਆ ਗਿਆ ਹੁਕੂਮਤ ਨੇ, ਪੰਜਾਬ ਹੁਕੂਮਤ ਨੇ ਕਿਹਾ ਇਹ ਕਾਨੂੰਨ ਪਾਸ ਕਰਨ ਤੋਂ ਪਹਿਲੇ ਕਿ ਜਨਾਬ ਸਾਡੇ ਨਾਲ ਚਲੋ ਤੁਸੀਂ ਮੁਜ਼ਾਕਰਾਤ ਕਰ ਲਓ, ਕਿਉਂਕਿ ਇhtਜਾਜ ਦੀ ਕਾਲ ਦੇ ਰਹੇ ਸਨ। ਇਹਦੇ ਵਿੱਚ CPNE ਜਿਹੜੀ ਐਡੀਟਰਸ ਦੀ ਕੌਂਸਲ ਹੈਗੀ, ਪਾਕਿਸਤਾਨ ਨਿਊਜ਼ਪੇਪਰ ਐਡੀਟਰਸ, ਉਹ ਤਨਜ਼ੀਮ ਦੇ ਜਿਹੜੇ ਨੁਮਾਇੰਦੇ ਸਨ ਉਹ ਵੀ ਗਏ। ਉਸ ਤੋਂ ਬਾਅਦ ਯੂਨੀਅਨ ਆਫ ਜਰਨਲਿਸਟ ਜਿਹੜੀ ਉਹਦੇ ਨੁਮਾਇੰਦੇ ਵੀ ਸ਼ਾਮਿਲ ਸਨ, ਪ੍ਰੈਸ ਕਲੱਬਾਂ ਦੇ ਨੁਮਾਇੰਦੇ ਸ਼ਾਮਿਲ ਸਨ। ਇਹਨਾਂ ਨੇ ਜਾ ਕੇ ਗਵਰਨਮੈਂਟ ਨਾਲ ਗੱਲ ਕੀਤੀ ਔਰ ਉਹਨੂੰ ਦੱਸਿਆ ਕਿ ਇੱਥੇ ਇਸ ਕਾਨੂੰਨ ਦੇ ਵਿੱਚ ਖਾਮੀਆਂ ਮੌਜੂਦ ਨੇ। ਕੁਝ ਚੀਜ਼ਾਂ ਹੋਰ ਵੀ ਨੇ, ਉਹ ਮੈਂ ਤੁਹਾਨੂੰ ਇਸ ਗੱਲ ਤੋਂ ਬਾਅਦ ਦੱਸਾਂਗਾ, ਲੇਕਿਨ ਉਹਨਾਂ ਨੇ ਦੱਸਿਆ ਕਿ ਇਸ ਜਿਹੜਾ ਕਾਨੂੰਨ ਤੁਸੀਂ ਬਣਾਉਣ ਜਾ ਰਹੇ ਜੀ ਇਹਦੇ ਵਿੱਚ ਇਹ ਖਾਮੀਆਂ ਨੇ ਔਰ ਇਹਦੇ ਨਾਲ ਆਜ਼ਾਦੀ ਇਜ਼ਹਾਰ ਜਿਹੜਾ ਹੈ ਉਹਦਾ ਗਲਾ ਦਬਾ ਦਿੱਤਾ ਜਾਏਗਾ। ਤੇ ਹਕੂਮਤ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਥੋੜ੍ਹੀ ਦੇਰ ਵਾਸਤੇ ਇਹਨੂੰ ਰੋਕ ਲਵੋ, ਸਾਡੀ ਇਹ ਤਜਵੀਜ਼ ਨੇ, ਇਹਦੇ ਤੋਂ ਗੌਰ ਕਰੋ ਔਰ ਜਿਹੜੇ ਨਕਾਇਸ ਨੇ ਇਹਨੂੰ ਦੂਰ ਕਰ ਲਓ। ਹਕੂਮਤ ਨੇ ਇਹ ਗੱਲ ਨਹੀਂ ਮੰਨੀ ਔਰ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਅਸੈਂਬਲੀ ਦੇ ਵਿੱਚ ਕਾਨੂੰਨ ਨੂੰ, ਉਹ ਬਿੱਲ ਨੂੰ ਪਾਸ ਕੀਤਾ ਤੇ ਮਨਜ਼ੂਰ ਕਰਵਾ ਲਿਆ। ਅੱਛਾ, ਮਨਜ਼ੂਰ ਕਰਵਾਉਣ ਤੋਂ ਬਾਅਦ ਹੁਣ ਸੂਰਤ ਹਾਲ ਜਿਹੜਾ ਹੁਣ ਸਟੇਟਸ ਕੀ, ਹੁਣ ਇਹ ਕਾਨੂੰਨ ਬਣ ਗਿਆ ਔਰ ਕਾਨੂੰਨ ਬਣਾਉਣ ਵਾਲੇ ਕਿੰਨੇ ਕੁ ਸਮਝਦਾਰ ਨੇ ਇਹਦਾ ਤੁਸੀਂ ਜ਼ਰਾ ਅੰਦਾਜ਼ਾ ਕਰਿਆ ਜੇ ਕਿ ਆਲਰੇਡੀ ਕਈ ਤਰ੍ਹਾਂ ਦੇ ਕਾਨੂੰਨ ਜਿਹੜੇ ਨੇ ਹੱਤਕੇ ਇੱਜ਼ਤ ਦੇ ਹਵਾਲੇ ਨਾਲ ਉਹ ਬਣੇ ਹੋਏ ਨੇ, ਵਫਾਕੀ ਸਤ੍ਹਾ ਦੇ ਉੱਤੇ ਕਾਨੂੰਨ ਬਣੇ ਹੋਏ ਨੇ, ਪੀਕਾ ਦਾ ਕਾਨੂੰਨ ਮੌਜੂਦ ਹੈ ਜਿਹੜਾ ਮੀਡੀਆ ਨੂੰ ਵੇਖਦਾ ਇਹਨਾਂ ਚੀਜ਼ਾਂ ਨੂੰ। ਅੱਛਾ, ਇਹ ਕਵਾਨੀਨ ਦੀ ਮੌਜੂਦਗੀ ਦੇ ਬਾਅਦ ਜੇ ਕੋਈ ਸੂਬਾ ਕਾਨੂੰਨ ਸਾਜ਼ੀ ਕਰੇ ਉਸੇ ਇਸ਼ੂ ਦੇ ਉੱਤੇ, ਤੇ ਆਇਨ ਜਿਹੜਾ ਹੈ ਉਹ ਵਾਜ਼ੇ ਤੌਰ 'ਤੇ ਦੱਸਦਾ ਹੈ ਕਿ ਸੂਬਾ ਔਰ ਮਰਕਜ਼ ਦੋਵੇਂ ਅਗਰ ਇੱਕੋ ਮਾਮਲੇ 'ਤੇ ਕਾਨੂੰਨ ਸਾਜ਼ੀ ਕਰਨ ਤੇ ਫਿਰ ਜਿਹੜੀ ਮਰਕਜ਼ ਦੀ ਕਾਨੂੰਨ ਸਾਜ਼ੀ ਹੁੰਦੀ ਨਾ ਉਹਨੂੰ ਫੌਕੀਅਤ ਦਿੱਤੀ ਜਾਂਦੀ, ਤਰਜੀਹ ਦਿੱਤੀ ਜਾਂਦੀ ਔਰ ਸੂਬੇ ਦੀ ਜਿਹੜੀ ਹੈ ਉਹ ਕਲਅਦਮ ਹੋ ਜਾਂਦੀ ਕਾਨੂੰਨ ਸਾਜ਼ੀ। ਲੇਕਿਨ ਇਹਨਾਂ ਨੂੰ ਪਤਾ ਹੈ, ਉਹਦੇ ਬਾਵਜੂਦ ਇਹ ਕਾਨੂੰਨ ਸਾਜ਼ੀ ਕੀਤੀ ਗਈ ਔਰ ਹਾਲੇ ਵੀ ਉਹ ਡਟੇ ਨੇ। ਫਿਰ ਇਹਦੇ ਨਾਲ ਹੋਰ ਵੀ ਕੁਝ ਚੀਜ਼ਾਂ ਜਿਹੜੀਆਂ ਨੇ, ਮੇਰੀ ਐਕਸਪਰਟਸ ਨਾਲ, ਸੀਨੀਅਰਸ ਦੇ ਨਾਲ ਗੱਲ ਹੋਈ, ਉਹਨਾਂ ਕਿਹਾ ਕਿ ਇਹਦੇ ਵਿੱਚ ਜਿਹੜੇ ਇਖਤਿਆਰਾਤ ਨੇ ਜੱਜ ਦੇ ਹਵਾਲੇ ਨਾਲ, ਕਿ ਜੱਜ ਮੁਹਤਾਜ ਹੋਏਗਾ ਕੁੱਲੀ ਤੌਰ 'ਤੇ ਹੁਕੂਮਤ ਦੀ ਖੁਸ਼ਨੁਦੀ ਦਾ। ਯਾਨੀ ਜੇ ਹੁਕੂਮਤ ਕਹੇਗੀ ਕਿ ਫਲਾਣੇ ਬੰਦੇ ਦੇ ਖਿਲਾਫ ਕਾਰਵਾਈ ਕਰੋ ਜਾਂ ਸਜ਼ਾ ਦਿਓ ਔਰ ਜੱਜ ਦੇਵੇਗਾ ਤੇ ਠੀਕ ਹੈ, ਜੇ ਉਹਦੀ ਕਾਰਕਰਦਗੀ ਹੁਕੂਮਤ ਦੀ ਖਵਾਹਿਸ਼ ਦੇ ਤਾਬੇ ਨਾ ਹੋਈ ਤੇ 18 ਮਹੀਨੇ ਤੋਂ ਬਾਅਦ ਬਦਲ ਦਿੱਤਾ ਜਾਏਗਾ। ਪਹਿਲੇ ਤਾਂ ਗੱਲ ਹੈ ਕਿ ਜੱਜ ਅਪਾਇੰਟ ਹੀ ਹੋਵੇਗਾ ਜਿਹੜਾ ਹੁਕੂਮਤ ਦਾ ਮਨਜ਼ੂਰ ਨਜ਼ਰ ਹੈ
ਤੇ ਜਿਹੜਾ ਹਕੂਮਤੀ ਖਵਾਹਿਸ਼ਾਤ ਦੇ ਉੱਤੇ ਅਮਲ ਕਰਨ ਦੀ ਗਰੰਟੀ ਦੇ ਕੇ ਆਏਗਾ, ਉਹ ਜੱਜ ਬਣੇਗਾ ਇਸ ਟ੍ਰਿਬਿਊਨਲ ਦਾ। ਤੇ ਅਗਰ ਉਹ ਕਿਸੇ ਮੌਕੇ ਦੇ ਉੱਤੋਂ ਦਾ ਜ਼ਮੀਰ ਜਾਗ ਜਾਂਦਾ ਹੈ ਤੇ ਫਿਰ ਉਹਨੂੰ ਹਟਾ ਕੇ ਤੇ ਹਕੂਮਤ ਨਵਾਂ ਬੰਦਾ ਉੱਥੇ ਲਿਆਵੇਗੀ। ਇੱਕ ਜਿਹੜੀ ਹੋਰ ਗੱਲ ਹੈ ਕਿ ਮੈਂ ਪੜ੍ਹਿਆ ਐਕਟ ਪੂਰਾ, ਔਰ ਉਹਦੇ ਵਿੱਚ ਮੈਨੂੰ ਇਹ ਲੱਗਾ ਕਿ ਕਿਤੇ ਵੀ ਹੱਦ ਤੱਕ ਇੱਜ਼ਤ ਜਿਹੜਾ ਬੁਨਿਆਦੀ ਆਈਡੀਆ ਜਿਹਦੇ ਹਵਾਲੇ ਨਾਲ ਕਾਨੂੰਨ ਸਾਜ਼ੀ ਕੀਤੀ ਜਾ ਰਹੀ, ਉਹਦੀ ਕੋਈ ਤਸ਼ਰੀਹ, ਕੋਈ ਡੈਫੀਨੇਸ਼ਨ ਮੁਕੰਮਲ ਨਹੀਂ ਹੈਗੀ। ਸਿਰਫ ਇਹ ਵੇ ਕਿ ਜਨਾਬ ਹੈ ਜਿਹੜੀ ਮੈਂ ਤੁਹਾਨੂੰ ਸ਼ੁਰੂ 'ਚ ਦੱਸੀ ਕਿ ਜਿੰਦੇ ਕਿਸੇ ਦੇ ਨਾਲ ਉਹ ਜਨਾਬ ਸ਼ਰਮਿੰਦਗੀ ਹੋਵੇ, ਉਹਦੀ ਮਕਬੂਲੀਅਤ ਘੱਟ ਹੋਵੇ, ਉਹਦਾ ਲੋਕ ਮਜ਼ਾਕ ਉਡਾਉਣ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਹੱਦ ਤੱਕ ਇੱਜ਼ਤ ਨੂੰ ਡਿਫਾਈਨ ਕਰਦੇ ਇਹ ਨਹੀਂ ਦੱਸਿਆ ਗਿਆ ਕਿ ਜੇ ਉਹ ਜਿਹੜੇ ਬੰਦੇ ਦੇ ਖਿਲਾਫ ਉਹ ਕਾਰਵਾਈ ਜਾਂ ਰਿਪੋਰਟ ਹੋ ਰਹੀ ਹੈ, ਜਾਂ ਮੀਡੀਆ ਰਿਪੋਰਟ ਕਰ ਰਿਹਾ ਹੈ, ਯੂਟਿਊਬਰ ਰਿਪੋਰਟ ਕਰ ਰਹੇ ਨੇ, ਸੋਸ਼ਲ ਮੀਡੀਆ 'ਤੇ ਲੋਕ ਲਿਖ ਰਹੇ ਨੇ, ਅਗਰ ਉਹ ਵਾਕਈ ਇਹਦੇ 'ਚ ਇਨਵਾਲਵ ਹੋਵੇ ਇਹਨਾਂ ਚੀਜ਼ਾਂ ਦੇ ਵਿੱਚ, ਤਾਂ ਫਿਰ ਕੀ ਕੀਤਾ ਜਾਵੇ? ਇਹਦਾ ਕੋਈ ਜਵਾਬ ਨਹੀਂ ਹੈਗਾ। ਯਾਨੀ ਅਗਰ ਤੁਹਾਡੇ ਇਰਦ ਗਿਰਦ ਕੋਈ ਬੰਦਾ ਕਿਸੇ ਬੱਚੇ ਨਾਲ ਜ਼ਿਆਦਤੀ ਕਰ ਰਿਹਾ, ਕਿਸੇ ਖਾਤੂਨ ਨੂੰ ਹਰਾਸਾਂ ਕਰ ਰਿਹਾ, ਇਹ ਕਿਸੇ ਬਦਨਮਾਨੀ 'ਚ ਮੁਲਵਸ ਹੈ, ਕੋਈ ਠੇਕੇਦਾਰ ਜਿਹੜਾ ਹੈ ਉਹ ਉੱਥੇ ਮਟੀਰੀਅਲ ਗਲਤ ਇਸਤੇਮਾਲ ਕਰ ਰਿਹਾ, ਜਾਂ ਕੋਈ ਰਿਸ਼ਵਤ ਲੈ ਰਿਹਾ ਵੇ, ਕੋਈ ਪੁਲਿਸ ਵਾਲਾ ਨਜਾਇਜ਼ ਕਿਸੇ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾ ਰਿਹਾ, ਕੋਈ ਜਾਬਰ ਜਿਹੜਾ ਵੇ ਸਿਆਸਤਦਾਨ ਉਹ ਕਿਸੇ ਕਮਜ਼ੋਰ ਬੰਦੇ ਦੇ ਉੱਤੇ ਤਸ਼ੱਦਦ ਕਰ ਰਿਹਾ ਜਾਂ ਉਹਦਾ ਹੱਕ ਦਬਾ ਰਿਹਾ, ਜਾਂ ਤਸ਼ੱਦਦ ਦਾ ਜ਼ੁਲਮ ਦੀ ਹੋਰ ਵੀ ਕੋਈ ਸ਼ਕਲ ਮੌਜੂਦ ਹੈ ਜਿਹਦੇ ਖਿਲਾਫ ਸੁਸਾਇਟੀ ਨੂੰ ਇਜਤਮਾਈ ਤੌਰ 'ਤੇ ਆਵਾਜ਼ ਚੁੱਕਣੀ, ਔਰ ਉਹ ਇੱਕ ਬੰਦਾ ਜਿਹੜਾ ਉਸ ਮੌਕੇ ਦਾ ਗਵਾਹ ਉਹਨੂੰ ਰਿਕਾਰਡ ਕਰਕੇ ਉਹ ਆਵਾਜ਼ ਔਰ ਸ਼ਵਾਹਿਦ ਪੂਰੀ ਸੁਸਾਇਟੀ ਨਾਲ ਸ਼ੇਅਰ ਕਰ ਰਿਹਾ, ਅਤੇ ਤੁਸੀਂ ਉਸ ਬੰਦੇ ਦੀ ਹੌਸਲਾ ਅਫਜ਼ਾਈ ਦੀ ਬਜਾਏ ਉਹਨੂੰ ਤੁਸੀਂ ਮੁਜਰਮਾਂ ਦੇ ਕਟਹਿਰੇ 'ਚ ਖੜੇ ਕਰ ਰਹੇ ਜੇ। ਇਹ ਵੇ ਕਾਨੂੰਨ ਜਿਹੜਾ ਬਣਿਆ, ਅਤੇ ਇਹਦੇ ਉੱਤੇ ਸਵਾਲ ਜਿਹੜੇ ਉੱਠੇ ਜੇ ਉਹ ਇਹੀ ਉੱਠੇ ਜਾ ਰਹੇ ਨੇ। ਫਿਰ ਇਹਦੇ ਵਿੱਚ ਜਿਹੜਾ ਜੁਰਮਾਨਾ ਰੱਖਿਆ ਗਿਆ 30 ਲੱਖ ਤੋਂ ਸਟਾਰਟ ਹੁੰਦਾ, ਔਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਨਾਬ ਤੁਸੀਂ ਜੁਰਮਾਨਾ ਲੈਣ ਵਾਸਤੇ ਉਹ ਬੰਦੇ ਦੀ ਜਿਹਦੇ ਖਿਲਾਫ ਸ਼ਿਕਾਇਤ ਹੈ, ਅਗਰ ਸਾਬਤ ਹੋ ਜਾਂਦਾ ਹੈ ਕਿ ਉਹ ਜਿਹੜਾ ਹੱਤਕ ਇੱਜ਼ਤ ਦਾ ਉਹ ਮੁਰਤਕਿਬ ਹੋਇਆ ਹੋਵੇ, ਅਤੇ ਫਿਰ ਉਹਦੀ ਪ੍ਰਾਪਰਟੀ ਵੇਚ ਸਕਦੇ ਜੇ, ਅਤੇ ਉਸ ਕਰਜ਼ ਖਾਂ ਉਹਦੇ ਵਿੱਚ ਕਰਜ਼ ਖਾਂ ਲਿਖਿਆ, ਅਤੇ ਫਿਰ ਪ੍ਰਾਪਰਟੀ ਵੇਚ ਸਕਦੇ ਜੇ, ਗ੍ਰਿਫਤਾਰ ਕਰ ਸਕਦੇ ਜੇ, ਹਿਰਾਸਤ 'ਚ ਰੱਖ ਸਕਦੇ ਜੇ, ਅਤੇ ਇਹ ਵਾਲੀਆਂ ਚੀਜ਼ਾਂ ਨੇ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਵੇ ਕਿ ਤੁਸੀਂ ਕਾਨੂੰਨ ਨੂੰ ਸੁਸਾਇਟੀ ਦੇ ਵਿੱਚ ਅਮਨ ਵਾਸਤੇ ਨਹੀਂ, ਦਰਅਸਲ ਤੁਸੀਂ ਉਹਨਾਂ ਲੋਕਾਂ ਦੇ ਖਿਲਾਫ ਇਸਤੇਮਾਲ ਕਰਨਾ ਚਾਹੁੰਦੇ ਜੇ ਜਿਹੜੇ ਵਿਸਲ ਬਲੋਰ ਨੇ, ਜਿਹੜੇ ਦੱਸਣਾ ਚਾਹੁੰਦੇ ਨੇ ਕਿ ਸੁਸਾਇਟੀ ਦੇ ਵਿੱਚ ਜੁਰਮ ਕਿੱਥੇ ਹੋ ਰਹੇ ਨੇ, ਔਰ ਸਾਡੇ ਜਿਹੜੇ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਨੇ ਉਹ ਜੁਰਮ ਦੀ ਸਰਕੋਬੀ ਨਹੀਂ ਕਰ ਪਾ ਰਹੇ। ਸੋਸ਼ਲ ਮੀਡੀਆ 'ਤੇ ਕੀ ਆਉਂਦਾ ਹੈ ਕਿ ਇੱਕ ਬੰਦਾ ਹੈ, ਉਹਦੇ ਉੱਤੇ ਮੁਸਲਸਲ ਕੋਈ ਜ਼ੁਲਮ ਹੋ ਰਿਹਾ, ਕੋਈ ਜ਼ਿਆਦਤੀ ਹੋ ਰਹੀ ਤਾਕਤਵਰ ਦੀ, ਉਹ ਪੁਲਿਸ ਕੋਲ ਜਾਂਦਾ ਵੇ, ਉਹ ਬਾਕੀ ਕਾਨੂੰਨ ਸਾਜ਼ ਇਦਾਰਿਆਂ ਕੋਲ ਜਾਂਦਾ, ਹਕੂਮਤੀ ਬੰਦਿਆਂ ਨੂੰ ਖਤ ਦਿੰਦਾ, ਦਰਖਾਸਤਾਂ ਦਿੰਦਾ, ਉਹਦਾ ਕੁਝ ਨਹੀਂ ਬਣਦਾ ਵਿਚਾਰੇ ਦਾ, ਅਤੇ ਫਿਰ ਉਹ ਕਰ ਦਿੰਦਾ ਵੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ। ਉਸ ਪੋਸਟ ਤੋਂ ਬਾਅਦ ਇੱਕ ਉਹਦੇ ਨਾਲ ਜਿਹੜੇ ਆਵਾਜ਼ ਚੁੱਕਣ ਵਾਲੇ ਲੋਕ ਨੇ, ਆਜ਼ਾਦ ਜਿਹੜੇ ਲੋਕ ਨੇ, ਗੈਰ ਜਾਨਬਦਾਰ ਨੇ, ਜਿਹੜੇ ਦਰਦ ਦਿਲ ਰੱਖਦੇ ਨੇ, ਉਹ ਪੋਸਟ ਨੂੰ ਅੱਗੇ ਫੈਲਾਉਂਦੇ ਨੇ, ਅਤੇ ਉਹਦੇ ਨਤੀਜੇ ਦੇ ਵਿੱਚ ਇੱਕ ਤਹਿਰੀਕ ਬਣਦੀ। ਇਹ ਤਹਿਰੀਕ ਨਹੀਂ ਬਣਨ ਦੇਣਾ ਚਾਹੁੰਦੇ, ਯਾਨੀ ਮਜ਼ਲੂਮ ਕਿਸੇ ਤਹਿਰੀਕ ਦਾ ਹਿੱਸਾ ਨਾ ਬਣਨ, ਉਹ ਅਲੱਗ ਥਲੱਗ ਕਮਜ਼ੋਰ ਰਹਿਣ, ਔਰ ਜਿਹੜੇ ਜ਼ਾਲਮ ਨੇ, ਜਿਹੜੇ ਫੈਸਲੇ ਕਰਨ ਵਾਲੇ ਨੇ, ਉਹਨਾਂ ਨੂੰ ਕੋਈ ਪੁੱਛੇ ਦੱਸੇ ਨਾ। ਇਹ ਵੇ ਹੱਦ ਤੱਕ ਇੱਜ਼ਤ ਦਾ ਕਾਨੂੰਨ 2024 ਜਿਹੜਾ ਮਨਜ਼ੂਰ ਕਰ ਲਿਆ ਗਿਆ, ਜਿਹੜਾ ਸਾਡੇ ਉੱਤੇ ਨਾਫਜ਼ ਕਰ ਦਿੱਤਾ ਗਿਆ। ਇਹ ਕਦੋਂ ਤੱਕ ਰਹਿਣਗੀਆਂ ਚੀਜ਼ਾਂ? ਹਕੂਮਤਾਂ ਦਾ ਜਬਰ ਜਿਹੜਾ ਹੈ ਇਹ ਲੋਕਾਂ ਦੀ ਜ਼ੁਬਾਨ ਬੰਦ ਰੱਖ ਸਕਿਆ, ਔਰ ਇਸ ਕਾਨੂੰਨ ਦੀ ਕਿਹੜੀ ਗਰੰਟੀ ਕਿ ਪੂਰਾ ਰਵੇ? ਉਹ ਜਿਹੜੇ ਕਿਸੇ ਵਜ਼ੀਰ ਨੂੰ ਗੱਲ ਕਰਦੇ ਉਹ ਕਹਿੰਦਾ ਜੀ ਇਹ ਤਾਂ ਲਾਅ, ਇਹਦੇ ਖਿਲਾਫ ਗੱਲ ਨਹੀਂ ਹੋ ਸਕਦੀ, ਇਹ ਤਾਂ ਇਸ ਤਰ੍ਹਾਂ। ਇਹ ਹਕੂਮਤ ਅੱਜ ਬਦਲ ਜਾਵੇ, ਔਰ ਜੋ ਕੁਝ ਇਹ ਇਹਨਾਂ ਲੋਕਾਂ ਦੇ ਖਿਲਾਫ ਕਰਨਾ ਚਾਹੁੰਦੀ, ਫਿਰ ਇਹਦੇ ਖਿਲਾਫ ਇੰਜ ਹੋਵੇ ਇਹਦੇ ਬੰਦਿਆਂ ਦੇ, ਅਤੇ ਇਹਦਾ ਮੌਕਫ ਤੁਸੀਂ ਯਕੀਨ ਕਰੋ ਬਿਲਕੁਲ ਬਦਲ ਜਾਏਗਾ। ਅਸੀਂ ਬਦਲਦੇ ਵੇਖਿਆ ਲੋਕਾਂ ਦਾ। ਤਹਿਰੀਕ ਇਨਸਾਫ ਦੇ ਲੋਕ ਜੋ ਕੁਝ ਕੱਲ੍ਹ ਕਹਿੰਦੇ ਸੀ, ਅੱਜ ਅਗਰ ਉਹਨਾਂ ਦੇ ਖਿਲਾਫ ਹੋ ਰਿਹਾ ਅਤੇ ਉਹਨਾਂ ਕੋਲ ਡਿਫੈਂਡ ਕਰਨ ਦੀ ਕੋਈ ਪੋਜੀਸ਼ਨ ਨਹੀਂ ਹੈਗੀ ਆਪਣੀ ਪਿਛਲੀ। ਇਸੇ ਤਰ੍ਹਾਂ ਹੀ ਪੀਪਲਸ ਪਾਰਟੀ ਜਿਹੜੀ ਹੈ, ਜੋ ਕੁਝ ਉਹਦੇ ਨਾਲ ਹੁੰਦਾ ਰਿਹਾ, ਉਹ ਅੱਜ ਉਹ ਦੂਜੀਆਂ ਪਾਰਟੀਆਂ ਦੇ ਖਿਲਾਫ ਕਰਦੀ ਪਈ। ਇਹ ਜਿਹੜੀ ਪਾਰਟੀ ਜਾਂ ਇਹ ਹਕੂਮਤ ਜਿਹੜੀ ਇਹ ਜੋ ਕੁਝ ਕਰਨ ਡਈ ਹੈ,
ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ। ਅਤੇ ਕੱਲ੍ਹ ਨੂੰ ਇਹ ਲੋਕ ਨਹੀਂ ਹੋਣਗੇ ਹਕੂਮਤ 'ਚ, ਕੋਈ ਹੋਰ ਆ ਜਾਏਗਾ ਜਿਹੜਾ ਇਹਨਾਂ ਦੇ ਮੁਖਾਲਫ ਹੋਵੇਗਾ, ਅਤੇ ਫਿਰ ਇਹਨਾਂ ਦੇ ਖਿਲਾਫ ਅਗਰ ਇਹੋ ਹੀ ਕਾਨੂੰਨ ਇਸਤੇਮਾਲ ਕੀਤਾ ਗਿਆ ਅਤੇ ਇਹਨਾਂ ਦੇ ਹਾਮੀਆਂ ਦੇ ਖਿਲਾਫ, ਅਤੇ ਫਿਰ ਇਹ ਕੀ ਕਹਿਣਗੇ। ਸੋ ਗੱਲ ਇਹ ਵੇ, ਇਹਨੂੰ ਸਮਝ ਲਵੋ, ਇਹ ਗੱਲ ਇਹ ਨਹੀਂ ਹੈਗੀ ਕਿ ਕਾਨੂੰਨ ਦਾ ਨਫਾਜ਼, ਗੱਲ ਇਹ ਹੈਗੀ ਕਿ ਸਾਡੀ ਖਵਾਹਿਸ਼ਾਤ ਦੇ ਮੁਤਾਬਕ ਕਾਨੂੰਨ ਦਾ ਹੋਣਾ, ਇਹ ਵੀ ਅਸਲ ਗੱਲ। ਅਤੇ ਇਹ ਡਰ ਹੈ ਕਿ ਜਨਾਬ ਸਾਡੇ ਕਰਤੂਤ ਨੇ ਜਿਹੜੇ, ਉਹਨਾਂ ਦੇ ਉੱਤੇ ਕਿਤੇ ਲੋਕ ਗੱਲ ਨਾ ਕਰਨ। ਇਸ ਵਾਸਤੇ ਪਹਿਲੀ ਹੱਤਕ ਇੱਜ਼ਤ ਦਾ ਇੱਕ ਕਾਨੂੰਨ ਬਣਾ ਦਿਓ ਤਾਂ ਕਿ ਕੋਈ ਗੱਲ ਨਾ ਕਰੇ। ਜ਼ੁਬਾਨ ਬੰਦ।